ਆਹਾ 3 ਵਜ ਗਏ ਮੇਰੇ ਇੱਥੇ। ਜੀ ਆਇਆਂ ਨੂੰ 35ਵੀਂ ਵਾਰੀ। ਉਹ ਆਪਣੀ ਗੱਲ ਕੱਲ੍ਹ ਤੋਂ ਅੱਗੇ ਵਧਾਉਣ ਲਈ ਮੈਂ ਥੋੜ੍ਹੀ ਜਿਹੀ ਇੱਕ ਕਲੈਰੀਫਿਕੇਸ਼ਨ ਦੇਣੀ ਚਾਹੁੰਦਾ। ਉਹ ਜਿਹੜੀ ਮੇਰੀ ਇਕੁਏਸ਼ਨ ਹੈ E = GMC², ਉਹ ਮੇਰੇ ਕੁਝ ਦੋਸਤ ਜਿਨ੍ਹਾਂ ਦੀ ਬੈਕਗਰਾਊਂਡ ਫਿਜ਼ਿਕਸ ਦੀ ਹੈ, ਇੰਜੀਨੀਅਰਿੰਗ ਦੀ ਹੈ, ਉਹਨਾਂ ਨੇ ਉਹਦੇ ਵਿੱਚ ਕੁਝ ਪੁਆਇੰਟ ਰੇਜ਼ ਕੀਤੇ ਬਈ ਇਹ ਫਿਜ਼ਿਕਸ ਦੇ ਹਿਸਾਬ ਸਿਰ, ਮੈਥੇਮੈਟਿਕਸ ਦੇ ਹਿਸਾਬ ਸਿਰ ਇਹ ਠੀਕ ਇਕੁਏਸ਼ਨ ਨਹੀਂ ਹੈ। ਬਿਲਕੁਲ ਮੈਂ ਮੰਨਦਾ ਇਹ ਇਕੁਏਸ਼ਨ ਮੈਥੇਮੈਟਿਕਸ ਦੀ ਅਤੇ ਫਿਜ਼ਿਕਸ ਦੀ ਅਤੇ ਕੁਆਂਟਮ ਫਿਜ਼ਿਕਸ ਦੀ ਨਹੀਂ ਹੈ। ਇਹ ਤਾਂ ਇੱਕ ਫਿਲੋਸੋਫਿਕ ਇਕੁਏਸ਼ਨ ਹੈ। ਆਪਣੀ ਇੱਕ ਗੱਲ ਕਹਿਣ ਲਈ ਸਿੰਬਲਸ ਜਿਹੜੇ ਮੈਂ ਕ੍ਰੀਏਟ ਕੀਤੇ, ਉਹ ਬੱਚਿਆਂ ਦੀ ਕਿਤਾਬ ਜਿਹੜੀ ਮੈਂ ਬੜੇ ਲੈਕਚਰ ਪਹਿਲਾਂ ਦਿਖਾਈ ਸੀ ਇੱਥੇ ਡੈਨਮਾਰਕ ਦੇ ਸਕੂਲਾਂ ਲਈ ਲਿਖੀ, ਉਹ ਮੈਂ ਇੰਸਪਾਇਰ ਹੋਇਆ ਇੱਕ ਤਰੀਕੇ ਆਇਨਸਟਾਈਨ ਦੀ ਇਕੁਏਸ਼ਨ E = mc² ਉੱਤੇ, ਜਿਹਦੀ ਕਿ ਪ੍ਰਸਾਈਜ਼ ਵੈਲਿਊ ਹੈ। ਇਹ ਆਇਨਸਟਾਈਨ ਨੂੰ ਇੱਕ ਤਰੀਕੇ ਦੀ ਸ਼ਰਧਾਂਜਲੀ ਹੈ ਜਾਂ ਪਲੇ ਆਫ ਵਰਡਸ ਹੈ। ਸੋ ਇਹਨੂੰ ਫਿਲੋਸੋਫਿਕ ਇਕੁਏਸ਼ਨ ਦੇ ਰੂਪ 'ਚ ਲਵੋ, ਨਾ ਕਿ ਮੈਥੇਮੈਟੀਕਲ ਇਕੁਏਸ਼ਨ ਦੇ ਰੂਪ 'ਚ ਲੈਣਾ। ਹਾਂਜੀ, ਕਿਸੇ ਦਾ ਥੋੜ੍ਹਾ ਜਿਹਾ ਇੱਕ ਡਿਸਟਰੈਕਸ਼ਨ ਆਈ। ਕਿਸੇ ਨੇ ਮੈਨੂੰ ਪੁੱਛਿਆ ਹੈ ਕਿ ਬਈ ਇਹ ਜਿਹੜੀ ਪਿੱਛੇ ਪੇਂਟਿੰਗਾਂ ਲੱਗੀਆਂ ਇਹਨਾਂ ਦੀ ਕੀ ਕਹਾਣੀ ਹੈ। ਇਹ ਜਿਹੜੀ ਵੱਡੀ ਪੇਂਟਿੰਗ ਹੈ ਇਹ ਤਾਂ ਰਾਜਸਥਾਨ ਦੇ ਵਿੱਚ ਜੈਪੁਰ 'ਚ ਘੁੰਮਦੇ ਫਿਰਦੇ ਉਹ ਜਿਹੜੇ ਕਈ ਵਾਰੀ ਛੋਟੇ ਗ੍ਰਾਮੀਣ ਉਦਯੋਗ ਹੁੰਦੇ ਨਾ, ਜਿੱਥੇ ਤੜਾ ਤੜ ਪੇਂਟਿੰਗਾਂ ਬਣਾਈਆਂ ਜਾ ਰਹੀਆਂ ਹੁੰਦੀਆਂ, ਅਤੇ ਉਹਨਾਂ ਵਿੱਚੋਂ ਇੱਕ ਸੋਹਣੀ ਲੱਗੀ ਖਰੀਦੀ ਹੋਈ ਹੈ। ਪਰ ਉਹ ਜਿਹੜੀ ਦੂਜੀ ਪੇਂਟਿੰਗ ਹੈ ਨਾ, ਉਹ ਬੜੀ ਇੰਟਰਸਟਿੰਗ। ਉਹਦੀ ਮੈਂ ਕਹਾਣੀ ਚਲੋ ਅੱਧਾ ਮਿੰਟ ਵਰਤ ਹੀ ਲੈਣਾ ਦੱਸਣ ਲਈ, ਕਿਉਂਕਿ ਬੜੀ ਉਹ ਵੀ ਚਾਂਸ ਦੇ ਨਾਲ ਹੀ ਜੁੜਦੀ ਹੈ ਗੱਲ। ਕਿ ਅਸੀਂ ਘੁੰਮਦੇ ਫਿਰਦੇ ਪਿਛਲੇ ਸਾਲ ਮੈਂ ਇੱਕ ਕਾਨਫਰੰਸ 'ਤੇ ਗਿਆ ਸਾਂ ਕਿਓਟੋ, ਜਾਪਾਨ ਦੇ ਵਿੱਚ। ਅਤੇ ਕਿਓਟੋ ਜਿਹੜਾ ਵੈ ਉਹ ਮੰਦਰਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਜਾਪਾਨ 'ਚ। ਉਹਦੇ 'ਚ ਬੜੇ ਮੰਦਰ ਨੇ, ਅਤੇ ਉਹਨਾਂ ਇੱਕ ਮੰਦਰਾਂ 'ਚ ਘੁੰਮਦੇ ਫਿਰਦੇ ਟੂਰਿਜ਼ਮ ਕਰਦੇ ਇੱਕ ਕਮਰੇ 'ਚ ਅਸੀਂ ਗਏ, ਅਤੇ ਉੱਥੇ ਇੱਕ ਬੜਾ ਬਜ਼ੁਰਗ ਭਿਕਸ਼ੂ ਮੌਂਕ, ਜਿਹੜਾ ਬੁੱਧਿਸਟ ਮੌਂਕ, ਉਹ ਬੈਠਾ ਸੀ। ਕੁਰਸੀਆਂ ਕੁਝ ਲੱਗੀਆਂ ਹੋਈਆਂ ਸੀ ਅਤੇ ਉੱਥੇ 2-4 ਹੋਰ ਲੋਕ ਬੈਠੇ ਸੀ, ਅਤੇ ਉੱਥੇ ਅਸੀਂ ਵੀ ਬੈਠ ਗਏ। ਮੇਰੀ ਉਹਦੇ ਨਾਲ ਅੱਖਾਂ ਮਿਲੀਆਂ ਅਤੇ ਅਸੀਂ ਬੈਠ ਗਏ। ਅਤੇ ਉਹ ਮੈਂ ਦੇਖ ਰਿਹਾ ਸਾਂ ਕਿ ਉਹ ਵਾਰੀ ਉਹਨਾਂ ਲੋਕਾਂ ਤੋਂ, ਜਾਪਾਨੀ ਲੋਕ ਉਹਦੇ ਨਾਲ ਆ ਕੇ ਕੋਈ ਥੋੜ੍ਹੀ ਜਿਹੀ ਘੁਸਰ ਮੁਸਰ ਕਰਦੇ ਸੀ। ਉਹ ਉਹਨਾਂ ਦੇ ਜਵਾਬ 'ਚ ਉਹਨਾਂ ਨੂੰ ਕੁਝ ਕਹਿੰਦਾ ਸੀ, ਜਿਵੇਂ ਇੱਕ ਤਰੀਕੇ ਦਾ ਵੀ ਜੇ ਕਨਫੈਸ਼ਨ ਜਾਂ ਜੋ ਵੀ ਚੱਲਦਾ ਹੋਵੇ। ਉਹਦੇ ਦਰਮਿਆਨ 3-4 ਵਾਰ ਸਾਡੀ ਆਪਸ 'ਚ ਅੱਖ ਮਿਲੀ ਮੇਰੀ ਅਤੇ ਉਹ ਭਿਕਸ਼ੂ ਦੀ। ਅਤੇ ਫਿਰ ਅਚਾਨਕ ਉਸ ਭਿਕਸ਼ੂ ਨੇ ਆਪਣੀ ਜਿਹੜੀ ਉਹਦੀ ਅਸਿਸਟੈਂਟ ਸੀ ਬੈਠੀ ਸਾਹਮਣੇ ਕੁਝ ਬਣਾ ਰਹੀ, ਅਤੇ ਉਹਨੇ ਕੁਝ ਇਸ਼ਾਰਾ ਕੀਤਾ, ਅਤੇ ਉਸਨੇ ਉਹਨੂੰ ਭਿਕਸ਼ੂ ਨੂੰ ਇੱਕ ਪੇਂਟਿੰਗ ਫਰੇਮ 'ਚ ਨਹੀਂ ਸੀ ਹੈਗੀ, ਖੁੱਲ੍ਹੀ ਪੇਂਟਿੰਗ ਉਹਨੂੰ ਫੜਾਈ, ਅਤੇ ਭਿਕਸ਼ੂ ਨੇ ਮੇਰੇ ਵੱਲ ਅੱਖਾਂ 'ਚ ਅੱਖਾਂ ਮਿਲਾ ਕੇ ਜਰਾ ਇਸ਼ਾਰਾ ਕੀਤਾ ਕਿ ਇੱਧਰ ਆਓ। ਮੈਂ ਉੱਥੇ ਗਿਆ, ਨਮਸਕਾਰ ਉਹਨੂੰ ਕੀਤੀ। ਉਹਨੇ ਮੈਨੂੰ ਦੋਵੇਂ ਹੱਥਾਂ ਨਾਲ ਉਹ ਪੇਂਟਿੰਗ ਦਿੱਤੀ। ਮੈਂ ਵੀ ਦੋਵੇਂ ਹੱਥਾਂ ਨਾਲ ਉਹ ਪੇਂਟਿੰਗ ਲੈ ਲਈ। ਉਹ ਪੇਂਟਿੰਗ ਉਸ ਭਿਕਸ਼ੂ ਦੀ ਬਣਾਈਆਂ ਹੋਈਆਂ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ, ਦਾ ਈਅਰ ਆਫ ਦ ਰੈਟ ਵਾਲੀ ਸੀ। ਸਾਡੀਆਂ ਅੱਖਾਂ ਦੇ ਵਿੱਚ ਸ਼ਾਇਦ ਉਹਨੂੰ ਮੇਰੇ ਅੰਦਰ ਕੋਈ ਬੁੱਧ ਦਿਸਿਆ ਅਤੇ ਮੈਨੂੰ ਉਹਦੇ ਅੰਦਰ ਕੋਈ ਬੁੱਧ ਦਿਸਿਆ, ਅਤੇ ਉਹ ਮੈਂ ਬੜੇ ਪਿਆਰ ਨਾਲ ਉਹਦੇ ਕੋਲੋਂ ਸਵੀਕਾਰ ਕੀਤੀ। ਸੋ ਬੜੀ ਵਧੀਆ, ਉਹਦੇ ਨਾਲ ਬੜਾ ਚੰਗਾ ਲੱਗਦਾ। ਉਹਨੂੰ ਆ ਕੇ ਮੈਂ ਫਰੇਮ ਕੀਤਾ। ਸੋ ਲਾਈਫ ਜਿਹੜੀ ਹੈ ਨਾ, ਸਾਡੀ ਜ਼ਿੰਦਗੀ ਸਾਰੀ ਇਹ ਛੋਟੇ ਅਤੇ ਵੱਡੇ ਚਾਂਸਿਸ ਦੇ ਨਾਲ ਹੀ ਜੁੜੀ ਹੋਈ ਹੈ। ਉਹਦੇ ਵਿੱਚੋਂ ਜਿਹੜੀਆਂ ਗੱਲਾਂ ਨੂੰ ਅਸੀਂ ਕਾਬੂ ਕਰ ਸਕਦੇ ਹਾਂ, ਬਦਲ ਸਕਦੇ ਹਾਂ, ਜਿਹੜੇ ਫੈਕਟਰਸ ਨੂੰ ਉਹ ਅਸੀਂ ਬਦਲਦੇ ਹਾਂ, ਬਦਲਣੇ ਚਾਹੀਦੇ ਵੀ ਹੈ। ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਚਾਹੁੰਦੇ ਹਾਂ, ਆਪਣੀ ਸਿਹਤ ਦੇ ਪੱਖੀ, ਆਪਣੀ ਮਾਨਸਿਕਤਾ ਦੇ ਪੱਖੀ, ਆਪਣੇ ਪੱਖੋਂ, ਆਪਣੇ ਸਮਾਜਿਕ ਪੱਖੋਂ। ਪਰ ਉਸੇ ਦੀ ਕੰਟੀਨਿਊਟੀ ਦੇ ਵਿੱਚ E = GMC² ਦੇ ਵਿੱਚ ਚਾਂਸ ਦੇ ਨਾਲ ਹੀ ਡੈਥ ਹੋਣੀ ਹੈ। ਇਹ ਵੈਸੇ ਮਿਰੇਕਲ ਹੀ ਹੈ ਕਿ ਹੁਣ ਤੱਕ, ਜੇ ਮੈਂ ਹੁਣ 65 ਸਾਲ ਅਤੇ ਅੱਜ 3 ਦਿਨ ਦਾ ਹੋ ਗਿਆ, ਇਹ ਮੇਰੀ ਰੋਜ਼ ਇੱਕ ਤਰੀਕੇ ਦੀ ਲਾਟਰੀ ਨਿਕਲੀ ਹੈ ਪਿਛਲੇ 65 ਸਾਲਾਂ ਤੋਂ ਕਿ ਮੈਂ ਜ਼ਿੰਦਾ ਰਹਿ ਰਿਹਾ। ਤੁਹਾਡੀ ਵੀ ਇਹ ਲਾਟਰੀ ਹੈ, ਜਿਹੜੀ ਵੀ ਉਮਰ ਦੇ ਉੱਤੇ ਇਸ ਸਮੇਂ ਖੜ੍ਹੇ ਹੋ। ਇਹ ਇੱਕ ਰੋਜ਼ ਪਿਓਰ ਚਾਂਸ ਦੀ ਲਾਟਰੀ ਹੈ ਜਿਹੜੀ ਨਿਕਲ ਰਹੀ ਹੈ, ਜਿਹਨੂੰ ਅਸੀਂ ਮਾਣ ਰਹੇ ਹਾਂ। ਹਾਂਜੀ, ਇੱਕ ਦਿਨ ਲਾਟਰੀ ਨਹੀਂ ਨਿਕਲੇਗੀ। ਹੁਣ ਉਹਦੇ ਨਾਲ ਫਿਰ ਹੁੰਦਾ ਉਹ ਬੜਾ ਡਰ ਦੀ ਭਾਵਨਾ ਪੈਦਾ ਕਰਦਾ, ਕਿਉਂਕਿ ਮੌਤ ਤੋਂ ਬਾਅਦ ਕੀ ਹੈ ਇਹਦੇ ਬਾਰੇ ਕਿਸੇ ਨੂੰ ਕੁਛ ਨਹੀਂ ਪਤਾ ਅਜੇ ਤੱਕ। ਪਿਛਲੇ 5000 ਸਾਲ 'ਚ ਮਨੁੱਖ ਨੇ ਵੱਖ-ਵੱਖ ਸੱਭਿਅਤਾ ਦੇ ਵਿੱਚ ਵੱਖ-ਵੱਖ ਕਹਾਣੀਆਂ ਨੂੰ ਜਨਮ ਦਿੱਤਾ ਹੈ। ਬੜੀਆਂ ਖੂਬਸੂਰਤ ਕਹਾਣੀਆਂ, ਉਹਨਾਂ ਵਿੱਚ ਬੜੇ ਸਿੰਬਲਿਜ਼ਮ ਹੈ, ਮੈਟਾਫਰਸ ਨੇ, ਉਹਨਾਂ ਵਿੱਚ ਹਿਸਟਰੀ ਨਹੀਂ ਹੈ। ਉਹ ਕਹਾਣੀਆਂ, ਉਸ ਲਈ ਮੈਂ ਬਾਰ-ਬਾਰ ਦੇਵਦੱਤ ਪਟਨਾਇਕ ਨੂੰ ਰਿਕਮੈਂਡ ਕਰਦਾ ਕਿ ਉਹ ਮਾਈਥਾਲੋਜੀ ਦੀਆਂ ਕਹਾਣੀਆਂ ਪੜ੍ਹੋ, ਸੁਣੋ। ਉਹਨਾਂ ਵਿੱਚੋਂ ਬੜੀਆਂ ਦੇ ਵਿੱਚ ਬੜੇ ਮਜ਼ੇ ਦੀਆਂ ਗੱਲਾਂ ਵੀ ਆਉਣਗੀਆਂ। ਸ਼ਾਇਦ ਕਿਸੇ ਨੂੰ ਮਨ ਦਾ ਚੈਨ ਵੀ ਮਿਲੇ, ਕਿਉਂਕਿ ਜਿਨ੍ਹਾਂ ਨੇ
ਉਹ ਕਹਾਣੀਆਂ ਲਿਖੀਆਂ ਨੇ ਜਾਂ ਉਹ ਜਿਹੜੇ ਸਮਾਜਾਂ ਜਿਵੇਂ ਬਣੀਆਂ, ਉਹ ਬੜੇ ਸਿਆਣੇ ਸੂਝਵਾਨ ਦਿਵ ਦ੍ਰਿਸ਼ਟੀ ਵਾਲੇ ਮਨੁੱਖ ਸਨ, ਬੜੇ ਬੜੇ ਵੱਡੇ ਫਿਲੋਸਫਰ ਸਨ, ਥਿੰਕਰਜ਼ ਸਨ। ਕਈ ਵਾਰੀ ਜਿਹੜੇ ਹਿਸਟੋਰੀਕਲ ਬੰਦੇ ਨੇ ਉਹ ਤੇ ਫਿਲੋਸਫਰ ਸਨ, ਥਿੰਕਰ, ਜਿਨ੍ਹਾਂ ਦੀ ਬੜੀ ਵਿਸਮਾਦ ਦੀ ਅਵਸਥਾ 'ਚ ਬੜੀਆਂ ਸਿਆਣੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੋਈਆਂ। ਪਰ ਉਹਦੇ ਕਈ ਤਰੀਕੇ ਨੇ ਕਿ ਉਹਦਾ ਕਰਨਾ, ਤੇ ਉਹ ਇੰਨੀ ਡੂੰਘੀ ਨਜ਼ਰ ਦੇ ਸਨ। ਈਵਨ ਬਈ ਸ਼ੇਕਸਪੀਅਰ ਵਰਗੇ ਰਾਈਟਰ ਜਿਨ੍ਹਾਂ ਨੂੰ ਹਾਲੇ 500 ਸਾਲ ਇਹ ਹੋਏ ਨੇ, ਕਿ ਉਹਨਾਂ ਦੀਆਂ ਰਚਨਾਵਾਂ ਮਨੁੱਖੀ ਨੇਚਰ ਬਾਰੇ ਜਿਹੜੀਆਂ ਉਹ ਹਾਲੀ ਵੀ 2021 'ਚ ਵੀ, ਹਾਂਜੀ 2020 ਦੇ ਵਿੱਚ ਵੀ, ਅਗਲੇ ਆਉਣ ਵਾਲੇ 'ਚ ਉਨੀ ਡੂੰਘਾਈ 'ਚ ਲੈ ਕੇ ਜਾਣਗੀਆਂ। ਉਹ ਸਾਇੰਸ ਨੇ ਇਹੋ ਜਿਹੀਆਂ ਕੋਈ ਕਹਾਣੀਆਂ, ਕੋਈ ਨੈਰੇਟਿਵ ਬਣਾਏ ਨਹੀਂ ਕਿ ਵੀ ਮੌਤ ਜਦੋਂ ਹੋ ਜਾਂਦੀ ਹੈ ਤੇ ਫੇਰ ਕੀ। ਉਸ ਡਰ ਨੂੰ ਕਾਬੂ ਕਰਨ ਦੇ ਲਈ, ਡਰਦਾ ਤੇ ਮੈਂ ਵੀ ਬੜਾ, ਹਾਂਜੀ, ਮੌਤ ਤੋਂ, ਕਿਉਂਕਿ ਉਹ ਪਤਾ ਕਿ ਵਨ ਵੇ ਟ੍ਰੈਫਿਕ ਹੈ ਇੱਕ ਤਰੀਕੇ ਦਾ। ਪਰ ਉਹ ਜਿਹੜੀਆਂ ਕਹਾਣੀਆਂ ਬਣੀਆਂ, ਕਿਉਂਕਿ ਆਫਟਰ ਆਲ ਸਾਇੰਸ ਵੀ ਤਾਂ ਕਿਸੇ ਨਾ ਕਿਸੇ ਸਮਾਜ ਦਾ ਹੀ ਹਿੱਸਾ ਨੇ ਨਾ, ਤੇ ਉਹ ਜਾਂ ਤੇ ਫਿਰ ਆਪਣੀ ਜ਼ਿੰਦਗੀ 'ਚ ਉਸੇ ਹੀ ਕਹਾਣੀਆਂ ਨੂੰ ਵਰਤ ਲੈਂਦੇ ਨੇ ਜੇ ਉਹਨਾਂ ਲਈ ਕੰਮ ਕਰਦੀਆਂ ਨੇ, ਤੇ ਜਿਹੜੇ ਸਾਇੰਸਦਾਨ ਮੇਰੇ ਵਰਗੇ ਤੇ ਹੋਰ ਵੀ ਇੰਜ ਸੈਂਕੜੇ ਹੋਰ, ਜਿਨ੍ਹਾਂ ਉੱਤੇ ਉਹ ਕਹਾਣੀਆਂ ਦੀ ਜਿਹੜੇ ਦਿੱਤੀਆਂ ਹੋਈਆਂ ਨੇ ਸਾਨੂੰ ਕੰਪਨਸੇਸ਼ਨਸ, ਕਿ ਜਾਂ ਤੇ ਦੂਜਾ ਜਨਮ ਹੋ ਜਾਏਗਾ, ਜਾਂ ਕਿਸੇ ਜੋਤੀ ਜੋਤ ਵਿੱਚ ਸਮਾ ਜਾਵਾਂਗੇ, ਜਾਂ ਮਿਲਣੇ ਤੇ ਪਾਈਆ ਪਰਮ ਆਨੰਦ ਮਿਲੇਗਾ, ਜਾਂ ਕਿਸੇ ਹੋਰ ਮੌਕੇ ਤੇ ਦੁਬਾਰਾ ਜ਼ਿੰਦਗੀ ਸ਼ੁਰੂ ਹੋਏਗੀ। ਉਹ ਜਿੰਨੀਆਂ ਵੀ ਵੇਰੀਏਸ਼ਨਸ ਨੇ, ਜੇ ਉਹ ਸਾਡੇ ਉੱਤੇ ਨਹੀਂ ਕੰਮ ਕਰਦੀਆਂ, ਮੈਨੂੰ ਕੋਈ ਠਹਿਰਾਓ ਦੇਣ ਦੇ ਲਈ, ਤੇ ਫਿਰ ਠੀਕ ਹੈ ਵੀ ਭੁਗਤੋ, ਫਿਰ ਤੁਸੀਂ ਆਪਣੇ ਗਿਆਨ ਮਾਰਗ ਦੇ ਵਿੱਚ ਜਿਹੜਾ ਡਰ ਹੈ ਉਹਨੂੰ ਭੁਗਤੋ, ਹਾਂਜੀ, ਉਹਨੂੰ ਫਿਰ ਕਿਸੇ ਹੋਰ ਤਰੀਕੇ ਨਾਲ ਸਾਂਭੋ। ਸੋ ਪਰ ਉਹ ਕਹਾਣੀਆਂ ਹੈ ਖੂਬਸੂਰਤ, ਉਹ ਐਕਸਪਲੇਨ ਕੁਝ ਨਹੀਂ ਕਰਦੀਆਂ, ਘੱਟੋ ਘੱਟ ਇੱਕ ਸਾਇੰਸ ਵਾਲੇ ਨੂੰ ਨਹੀਂ ਐਕਸਪਲੇਨ ਕਰਦੀਆਂ। ਇਸੇ ਲਈ ਹੁਣ ਸਾਇੰਸ ਦੇ ਵਿੱਚ ਵੀ ਨਵੀਆਂ ਕਹਾਣੀਆਂ ਦਾ ਜਨਮ ਹੋਣਾ ਸ਼ੁਰੂ ਹੋਇਆ, ਕਿਉਂਕਿ ਹੁਣ ਸਾਇੰਸਦਾਨਾਂ ਦੀ ਅੱਜ ਦੇ ਜ਼ਮਾਨੇ ਦੇ ਜਿਹੜੇ ਹੁਣ ਖਾਸ ਕਰਕੇ ਪਿਛਲੇ 30 ਸਾਲ ਦੀ ਪੈਦਾ ਹੋਈ ਜਨਰੇਸ਼ਨ ਹੈ, ਯੰਗ ਜਨਰੇਸ਼ਨ, ਉਹ ਜਿਹੜੇ ਕਿ ਧਾਰਮਿਕ ਵਿਚਾਰਾਂ ਜਾਂ ਕਲਚਰਲ ਵਿਚਾਰਾਂ ਦੇ ਨਾਲ ਨਹੀਂ ਵੱਡੇ ਹੋਏ, ਜਾਂ ਉਹਨਾਂ ਨੇ ਰਿਜੈਕਟ ਜਾਣ ਕੇ ਕੀਤੇ ਨੇ, ਜਾਂ ਉਹਨਾਂ ਨੂੰ ਉਹਦੀ ਪਛਾਣ ਹੀ ਨਹੀਂ ਹੈ, ਤੇ ਉਹਨਾਂ ਨੇ ਫਿਰ ਕਹਾਣੀਆਂ, ਹੁਣ ਜਿਹੜੀ ਸਾਇੰਸ ਦੀਆਂ ਕਹਾਣੀਆਂ ਕਿਹੋ ਜਿਹੀਆਂ ਬਣਨੀਆਂ ਸ਼ੁਰੂ ਹੋਈਆਂ ਆਫਟਰ ਡੈਥ ਦੀਆਂ। ਇੱਕ ਤੇ ਆ ਪਹਿਲੇ ਜਿਹੜੀ ਕ੍ਰਾਇਓਜੈਨਿਕਸ ਦੀ, ਕਿ ਸਾਇੰਸ ਇਸ ਸਮੇਂ ਸਾਨੂੰ ਜ਼ਿੰਦਾ ਪੂਰਾ ਨਹੀਂ ਰੱਖ ਸਕਦੀ, ਪਰ ਇੱਕ ਦਿਨ ਆਏਗਾ ਜਦੋਂ ਅਸੀਂ ਆਪਣੀ ਸਰੀਰ ਨੂੰ ਦੁਬਾਰਾ ਜ਼ਿੰਦਾ ਕਰ ਸਕਾਂਗੇ। ਉਸ ਕੰਮ ਦੇ ਲਈ ਰਸ਼ੀਆ ਵਿੱਚ ਵੀ ਤੇ ਅਮਰੀਕਾ ਵਿੱਚ ਵੀ ਤੇ ਸ਼ਾਇਦ ਕੁਝ ਹੋਰ ਦੇਸ਼ਾਂ ਵਿੱਚ ਵੀ ਕੁਝ ਸੁਸਾਇਟੀਜ਼, ਕੁਝ ਕੰਪਨੀਆਂ ਬਣੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਕ੍ਰਾਇਓਜੈਨਿਕਸ ਦੀਆਂ ਕੰਪਨੀਆਂ, ਜਿਹੜੀਆਂ ਸਾਡੇ ਮਰੇ ਸਰੀਰ ਨੂੰ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ -186 ਡਿਗਰੀ ਟੈਂਪਰੇਚਰ ਦੇ ਉੱਤੇ ਲਿਕੁਇਡ ਨਾਈਟ੍ਰੋਜਨ ਦੀ, ਜਿਹੜੀ ਨਾਈਟ੍ਰੋਜਨ ਗੈਸ ਹੈ, ਜਦੋਂ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾਏ ਤੇ ਉਹ ਲਿਕੁਇਡ ਬਣ ਜਾਂਦੀ ਹੈ। ਉਹ ਇੰਨੀ ਠੰਡੀ ਹੁੰਦੀ ਹੈ ਕਿ ਅਸੀਂ ਆਪਣੇ ਸੈੱਲ ਵੀ ਲੈਬੋਰਟਰੀਆਂ 'ਚ ਉਹਨਾਂ 'ਚ ਹੀ ਰੱਖਦੇ ਹਾਂ, ਫਿਰ ਜਦੋਂ ਚਾਹੀਦਾ ਹੁੰਦਾ ਸੈੱਲਾਂ ਨੂੰ ਦੁਬਾਰਾ ਜ਼ਿੰਦਾ ਕਰਕੇ ਤੇ ਉਹਨਾਂ ਨਾਲ ਕੰਮ ਕਰੀਦਾ। ਸੋ ਉਹਨਾਂ ਦਾ ਵੀ ਆਈਡੀਆ, ਉਹਨਾਂ ਕੰਪਨੀਆਂ ਦਾ ਇਹੀ ਹੈ ਕਿ ਬਈ ਅਸੀਂ ਜੇ ਤੁਹਾਡੇ ਸਰੀਰ ਨੂੰ ਇਸ ਸਮੇਂ ਜਦੋਂ ਹੀ ਉਹ ਮਰਦਾ, ਵੈਸੇ ਆਈਡੀਅਲੀ ਤੇ ਮਰਨ ਤੋਂ ਕੁਝ ਦੇਰ ਪਹਿਲੋਂ ਜੇ ਉਹਨੂੰ ਉਹਦੇ ਵਿੱਚ ਫਰੀਜ਼ ਕਰਤਾ ਜਾਏ, ਪਰ ਉਹ ਲੀਗਲੀ ਅਲਾਊਡ ਨਹੀਂ ਹੈ, ਪਰ ਉਹ ਮਰਨ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਉਹਨੂੰ ਜੇ ਉਹ ਕਿਸੇ ਸਪੈਸ਼ਲ ਤਰੀਕੇ ਨਾਲ ਫਰੀਜ਼ ਕਰ ਦੇਣ, ਤੇ ਉਹ ਅੱਜ ਨਹੀਂ ਤੇ 50 ਸਾਲ ਨੂੰ, 100 ਸਾਲ ਨੂੰ, ਕਿਸੇ ਵੇਲੇ ਦੁਬਾਰਾ ਜਦੋਂ ਟੈਕਨੋਲੋਜੀ ਇੰਨੀ ਵੱਡੀ ਹੋ ਜਾਏਗੀ, ਤੁਹਾਨੂੰ ਦੁਬਾਰਾ ਜ਼ਿੰਦਾ ਕਰ ਲਿਆ ਜਾਏਗਾ, ਹਾਂਜੀ। ਤੇ ਉਹਦੇ ਵਿੱਚ ਤੁਹਾਨੂੰ ਫਿਰ ਦੁਬਾਰਾ ਤੁਹਾਡੀਆਂ ਈਵਨ ਯਾਦ ਸ਼ਕਤੀ ਵੀ ਉਸੇ ਤਰੀਕੇ ਨਾਲ ਸਾਂਭੀ ਜਾਏਗੀ। ਉਹ ਇਹਨਾਂ ਦਾ ਕਾਫੀ ਵੱਡਾ ਬਿਜ਼ਨਸ ਚੱਲ ਰਿਹਾ, ਪਰ ਹੈ ਉਹ ਬੜਾ ਮਹਿੰਗਾ। ਮੇਰੇ ਖਿਆਲ 'ਚ ਅਮਰੀਕਾ ਦੀ ਕੰਪਨੀ ਦੇ ਕੋਲ ਕੋਈ 30 ਇਹੋ ਜਿਹੀਆਂ ਡੈੱਡ ਬੋਡੀਜ਼ ਹੈਗੀਆਂ ਨੇ, ਹਾਂਜੀ। ਰਸ਼ੀਆ ਵਾਲਿਆਂ ਦੇ ਕੋਲ ਵੀ 15 ਕਿ 20 ਨੇ, ਪਰ ਉਹ ਬੜੇ ਸਿਆਣੇ ਲੋਕੀ ਨੇ। ਉਹਨਾਂ ਦਾ ਇੱਕ ਹੋਰ ਵੀ ਆਫਰ ਹੈਗੀ ਹੈ ਕਿ ਜੇ ਤੁਹਾਡੇ ਪਿੱਛੇ ਰਹਿ ਗਏ ਜਿਹੜਾ ਤੁਹਾਡਾ ਪਰਿਵਾਰ ਵਾਲੇ ਹੈ, ਉਹਦੀ ਸਾਲ ਦੀ ਫੀਸ ਜੇ $10,000 ਹੈ, ਤੇ ਉਹ ਆਉਣ ਵਾਲੇ ਹਮੇਸ਼ਾ ਲਈ ਦੇਣੀ ਪਏਗੀ, ਕਿਉਂਕਿ ਉਹਦਾ ਖਰਚਾ ਪੈਂਦਾ। ਜੇ ਤੁਸੀਂ ਪੂਰਾ ਸਰੀਰ ਨਹੀਂ ਸਾਂਭ ਸਕਦੇ ਲਿਕੁਇਡ ਨਾਈਟ੍ਰੋਜਨ ਦੇ ਵਿੱਚ, ਤੇ ਉਹ ਸਿਰਫ ਤੁਹਾਡਾ ਸਿਰ ਕੱਟ ਕੇ ਵੀ ਸਾਂਭ ਸਕਦੇ ਆ। ਉਹਨਾਂ ਕੋਲ ਇੰਜੀ 25 ਸਿਰ ਹੈਗੇ ਨੇ, 20 ਸਿਰ ਮੇਰੇ ਖਿਆਲ 'ਚ ਅਮਰੀਕੀ ਬੈਂਕ ਦੇ ਵਿੱਚ ਹੈਗੇ ਨੇ, ਉਸੇ ਕ੍ਰਾਇਓਜੈਨਿਕ ਬੈਂਕ ਦੇ ਵਿੱਚ, ਤੇ ਇੰਨੇ ਕੀ ਰਸ਼ੀਆ ਵਾਲਿਆਂ ਦੇ ਕੋਲ। ਉਹਨਾਂ ਦੇ ਪਿੱਛੇ ਆਈਡੀਆ ਹੈਗਾ, ਜਿਵੇਂ ਪਰਸੋਂ ਦੇ ਲੈਕਚਰ 'ਚ ਹੋਇਆ ਸੀ, ਕਿਉਂਕਿ ਬ੍ਰੇਨ ਸਾਡਾ ਸਭ ਤੋਂ ਇੰਪੋਰਟੈਂਟ ਹੈ, ਬ੍ਰੇਨ ਦੇ ਵਿੱਚ ਸਾਡੀ ਸਾਰਾ ਸੈਲਫ ਹੈ, ਬ੍ਰੇਨ ਦੇ ਵਿੱਚ ਸਾਡੀ ਸਾਰੀ ਮੈਮਰੀ ਹੈ। ਇਸ ਲਈ ਉਸ ਮੈਮਰੀ ਤੋਂ ਅਸੀਂ ਬ੍ਰੇਨ ਨੂੰ ਕਿਸੇ ਲੈਵਲ ਦੇ ਉੱਤੇ ਫਿਰ ਟਰਾਂਸਫਰ ਕਰ ਦੇਵਾਂਗੇ ਜ਼ਿੰਦਾ ਕਰਕੇ। ਹੁਣ ਇਹ ਹਾਲੀ ਤੱਕ ਸਿਰਫ ਤੇ ਸਿਰਫ ਸਾਇੰਸ ਫਿਕਸ਼ਨ ਜਾਂ ਸਾਇੰਸ ਫਰਾਡ ਹੈਗਾ ਵੈ, ਹਾਂਜੀ। ਕਿਉਂਕਿ ਜੇ ਐਡੇ ਹੀ ਨੇ ਉਹਨਾਂ ਦਾ ਵਿਸ਼ਵਾਸ, ਤਾਂ ਇੱਕ ਸੈੱਲ ਤੋਂ ਵੀ ਫਿਰ ਕਰ ਸਕਦੇ ਨੇ, ਉਹਦੇ 'ਚ ਵਕਤਾ ਕੀ ਪਿਆ ਸਾਰੇ ਸਿਰ ਨੂੰ ਵੀ ਰੱਖਣ ਦਾ। ਪਰ ਚਲੋ, ਜੇ ਉਹ ਕਿਸੇ ਅੱਜ ਦੇ ਜ਼ਮਾਨੇ ਦੀ ਉਹ ਇੱਕ ਨਵਾਂ ਪ੍ਰੋਡਕਟ ਹੈ, ਇਹ ਨੈਰੇਟਿਵ ਇਹ ਚੱਲ ਰਿਹਾ ਕਿ ਉਹਦਾ ਫਿਰ ਤੀਜਾ ਨੈਰੇਟਿਵ ਜਿਹੜਾ ਚੱਲ ਰਿਹਾ ਇਹ ਮੌਤ ਦੇ ਡਰ ਨੂੰ ਕਰਨ ਦਾ। ਉਹੀ ਫਿਰ ਉਹਦੀ ਵੀ ਗੱਲ ਇੱਕ ਵਾਰ ਮੈਂ ਇਸ਼ਾਰਾ ਜਿਹਾ ਕਰ ਚੁੱਕਾ, ਉਹਨੂੰ ਕਹਿੰਦੇ ਨੇ ਟਰਾਂਸ ਹਿਊਮਨਿਜ਼ਮ, ਕਿ ਅਸੀਂ ਆਪਣੇ ਦਿਮਾਗ ਦੀਆਂ ਸਾਰੀਆਂ ਗੱਲਾਂ
ਆਪਣੇ ਵਿਚਾਰ, ਆਪਣੀਆਂ ਭਾਵਨਾਵਾਂ, ਆਪਣੀਆਂ ਇਮੋਸ਼ਨਸ, ਆਪਣੇ ਯਾਦਾਂ, ਉਹਨਾਂ ਨੂੰ ਡਾਊਨਲੋਡ ਇੱਕ ਕੰਪਿਊਟਰ ਚਿਪ ਤੇ ਕਰ ਸਕਦੇ ਆ। ਤੇ ਉਹ ਜਿਹੜਾ ਡਾਊਨਲੋਡਡ ਮਟੀਰੀਅਲ ਹੋਏਗਾ ਉਹ ਉਹਦੇ ਵਿੱਚ ਤੁਸੀਂ ਸੈਲਫ ਹੈਗੇ ਹੋ, ਤੁਹਾਨੂੰ ਬੋਡੀ ਦੀ ਲੋੜ ਸ਼ਾਇਦ ਨਹੀਂ ਰਹੇਗੀ, ਤੁਹਾਡਾ ਜਿਹੜਾ ਦਿਮਾਗ ਹੈ ਉਹ ਇੰਝ ਹੀ ਚੱਲਦਾ ਰਹੇਗਾ। ਸੋ ਇਹ ਬੜੀਆਂ ਵੱਖ-ਵੱਖ ਤਰੀਕੇ ਨੇ ਮੌਤ ਨੂੰ ਸਮਝਣ ਦੇ। ਮੇਰੇ ਲਈ ਕੋਈ ਇਹਨਾਂ ਵਿੱਚੋਂ ਕੋਈ ਕਹਾਣੀ ਜਿਹੜੀ ਹੈ ਉਹ ਵਰਕ ਨਹੀਂ ਕਰਦੀ। ਉਹਦਾ ਇੱਕ ਰੀਜ਼ਨ ਇਹ ਹੈ ਕਿ ਉਹ ਇੱਕ ਸਾਇੰਸਦਾਨ ਦੇ ਰੂਪ ਵਿੱਚ ਸਾਇੰਸਦਾਨਾਂ ਉੱਤੇ ਵੀ ਉਹ ਨਹੀਂ ਕਰਦੀ, ਕਿਉਂਕਿ ਅਸੀਂ ਉਹ ਦੁਵੰਤ ਦੇ ਵਿੱਚ ਕਿ ਮੈਂ ਤੇ ਮੇਰੀ ਜ਼ਿੰਦਗੀ ਤੇ ਮੇਰੀ ਸਰੀਰ, ਇਹ ਕੋਈ ਦੋ ਵੱਖ-ਵੱਖ ਚੀਜ਼ਾਂ ਨੇ। ਕਿ ਮੈਂ ਜਦੋਂ ਮਰਦਾ ਤੇ ਮੇਰੇ ਵਿੱਚੋਂ ਕੋਈ ਮੇਰਾ ਸੈਲਫ ਜਿਹੜਾ ਵੈ ਉਹ ਕੰਟੀਨਿਊ ਰਹਿੰਦਾ। ਉਹ ਇੱਕ ਕਹਾਣੀ ਦੀ ਫਾਰਮ ਹੈਗੀ ਆ ਜਿਹਨੂੰ ਅਸੀਂ ਫਿਰ ਉਹਨੂੰ ਆਤਮਾ ਦਾ ਨਾਂ ਦਿੱਤਾ ਹੋਇਆ ਜਾਂ ਜਿਵੇਂ ਵੀ ਕਹੀਏ। ਪਰ ਵਿਗਿਆਨੀ ਕਿਉਂਕਿ ਉਹ ਡਿਊਐਲਿਟੀ ਦੇ ਵਿੱਚ ਨਹੀਂ ਵਰਕ ਕਰਦਾ। ਮੈਂ ਤੇ ਮੇਰੀ ਬੋਡੀ ਤੇ ਮੇਰਾ ਸੈਲਫ ਸਾਰਾ ਕੁਝ ਇੱਕੋ ਹੀ ਹੈ। ਇਹ ਐਮਰਜੈਂਟ ਪ੍ਰੋਪਰਟੀਜ਼ ਨੇ। ਜਿਵੇਂ ਬਹੁਤ ਪਹਿਲੇ ਦੇ ਲੈਕਚਰ 'ਚ ਇੱਕ ਵਾਰ ਆਈ ਸੀ ਨਾ ਕਿ ਜ਼ਿੰਦਗੀ ਸ਼ੁਰੂ ਕਿਵੇਂ ਹੁੰਦੀ ਹੈ, ਕੈਮੀਕਲਸ ਇਕੱਠੇ ਹੋ ਕੇ ਉਹ ਉਹਨਾਂ ਦੀ ਇੱਕ ਨਵੀਂ ਪ੍ਰੋਪਰਟੀ ਬਣਦੀ ਹੈ, ਐਮਰਜੈਂਟ ਪ੍ਰੋਪਰਟੀ। ਉਹਨਾਂ ਲੈਕਚਰਾਂ ਵੱਲ ਜੇ ਦੁਬਾਰਾ ਧਿਆਨ ਦਿਓਗੇ, ਇੰਝ ਹੀ ਉਸ ਐਮਰਜੈਂਟ ਪ੍ਰੋਪਰਟੀ ਦਾ ਕੋਲੈਪਸ ਕਿਸੇ ਸਮੇਂ ਹੁੰਦਾ ਤੇ ਉਹਨੂੰ ਕਹਿੰਦੇ ਆ ਅਸੀਂ, ਸਾਡੀ ਕੀ ਮੌਤ ਹੋ ਗਈ। ਹੁਣ ਇਹ ਜਿਹੜੇ ਲਫ਼ਜ਼ ਨੇ ਵੱਖ-ਵੱਖ, ਜਿਵੇਂ ਬ੍ਰੇਨ ਇੱਕ ਔਰਗਨ ਹੈ, ਇੱਕ ਸਟਰਕਚਰ ਹੈ, ਇੱਕ ਅੰਗ ਹੈ, ਪਰ ਬੁੱਧੀ, ਇੰਟੈਲੀਜੈਂਸ ਉਹ ਸਟਰਕਚਰ ਨਹੀਂ ਹੈ, ਉਹ ਅੰਗ ਨਹੀਂ ਹੈ। ਉਹਨੂੰ ਮੈਂ ਕੁਝ ਆਪਣੇ ਆਰਟੀਕਲਾਂ 'ਚ ਉਹਨਾਂ ਨੂੰ ਇੰਗਲਿਸ਼ 'ਚ ਵਰਡ ਦਿੱਤਾ ਹੈ, ਉਹ ਨੌਰਗਨ ਹੈ। ਬ੍ਰੇਨ ਇਜ਼ ਐਨ ਔਰਗਨ, ਇੰਟੈਲੀਜੈਂਸ ਇਜ਼ ਐ ਨੌਰਗਨ। ਇਸੇ ਕਿਉਂਕਿ ਉਹ ਐਮਰਜੈਂਟ ਪ੍ਰੋਪਰਟੀ ਹੈ ਬ੍ਰੇਨ ਦੇ ਵਿੱਚ ਦੀ ਸੰਭਾਲੀ ਹੋਈ। ਹਾਂਜੀ, ਇਸੇ ਤਰੀਕੇ ਨਾਲ ਭਾਵਨਾਵਾਂ, ਭਾਵੇਂ ਉਹ ਅਮਰਜ ਸਾਡੀਆਂ ਹਾਰਮੋਨ ਤੇ ਬ੍ਰੇਨ ਦੇ ਵਿੱਚੋਂ ਹੀ ਹੁੰਦੀਆਂ ਨੇ। ਬ੍ਰੇਨ ਜਿਹੜਾ ਵੈ ਔਰਗਨ ਹੈ, ਅੰਗ ਹੈ। ਭਾਵਨਾਵਾਂ, ਬੁੱਧੀ, ਆਤਮਾ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦੀ ਐਮਰਜੈਂਟ ਪ੍ਰੋਪਰਟੀਜ਼ ਨੇ, ਉਹ ਨਿਅੰਗ ਨੇ। ਅੰਗ ਤੇ ਨਿਅੰਗ, ਔਰਗਨ ਤੇ ਨੌਰਗਨ, ਇਹਦੀ ਬੜੀ ਸਾਨੂੰ ਡਿਸਟਿੰਕਸ਼ਨ ਦੀ ਸਮਝ ਹੋਣੀ ਚਾਹੀਦੀ ਹੈ ਕਿ ਹਾਂ ਉਹ ਚੀਜ਼ਾਂ ਸਾਰੀਆਂ ਸਾਡੀਆਂ ਕੈਮਿਸਟਰੀ ਵਿੱਚ, ਬੋਡੀ ਵਿੱਚ ਹੀ ਚੱਲ ਰਹੀਆਂ ਨੇ, ਬੋਡੀ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਹੀ ਚੱਲ ਰਹੀਆਂ ਨੇ। ਤੇ ਅਸੀਂ ਕਿਉਂਕਿ ਬ੍ਰੇਨ ਨੂੰ ਲੈ ਕੇ ਬੜਾ ਕੁਝ ਚੱਲਦੇ ਹਾਂ ਤੇ ਇਸ ਲਈ ਇਹ ਜਿਹੜੀਆਂ ਗੱਲਾਂ ਨੇ ਕਿ ਵੀ ਸਾਡੀ ਬੁੱਧੀ ਕਿੱਥੇ ਹੈ ਤੇ ਈਵਨ ਸਾਡੀ ਆਤਮਾ ਕਿੱਥੇ ਹੈ, ਤੇ ਇਹ ਚੀਜ਼ਾਂ ਇਹ ਨਿਅੰਗ ਦੀਆਂ ਐਗਜ਼ਾਮਪਲਸ ਨੇ, ਨੌਰਗਨਸ ਦੀਆਂ ਐਗਜ਼ਾਮਪਲ, ਜਿਹੜੀਆਂ ਕਿ ਕਿਸੇ ਗੱਲ ਨੂੰ ਸਮਝਣ ਦੇ ਲਈ, ਕਹਿਣ ਦੇ ਲਈ ਬੜੀਆਂ ਫਾਇਦੇਮੰਦ ਹੁੰਦੀਆਂ, ਪਰ ਉਹਨੂੰ ਪ੍ਰੈਕਟੀਕਲ ਵਰਤਣ ਦੇ ਵਿੱਚ ਉਹਦਾ ਕੋਈ ਸਮਝ ਨਹੀਂ ਲੱਗਦੀ ਕਿ ਉਹਨੂੰ ਕਿਵੇਂ ਅਸੀਂ ਵਰਤੀਏ। ਹਾਂਜੀ, ਸੋ ਮੇਰੇ ਲਈ ਇਹ ਜਿਹੜੀਆਂ ਚੀਜ਼ਾਂ ਨੇ ਕਿ ਜਦੋਂ ਤੱਕ ਮੈਂ ਹੈਗਾ, ਮੈਂ ਹੈਗਾ। ਜਦੋਂ ਚਾਂਸ ਦੇ ਨਾਲ ਮੈਂ ਨਹੀਂ ਰਵਾਂਗਾ, ਮੈਂ ਨਹੀਂ ਰਵਾਂਗਾ। ਹੁਣ ਉਹਦੇ ਵਿੱਚ ਵੀ ਕੌਨਸੈਪਟ ਫਿਰ ਆਉਂਦਾ ਇਹ ਬਈ ਅਸੀਂ ਸਾਨੂੰ ਮੌਤ ਆਏਗੀ। ਨਹੀਂ, ਮੌਤ ਨਹੀਂ ਆਉਂਦੀ। ਇਹ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਜਦੋਂ ਬਚਪਨ ਦੇ ਵਿੱਚ ਬੇਟੇ ਨਾਲ ਜਾਈਦਾ ਸੀ ਇੰਡੀਆ, ਤੇ ਦਿੱਲੀ ਤੋਂ ਟੈਕਸੀ ਲੈ ਕੇ ਤੇ ਚੰਡੀਗੜ੍ਹ ਵੱਲ ਜਾਈਦਾ ਸੀ, ਤੇ ਉਹ ਪੁੱਜਦੇ ਪੁੱਜਦੇ ਉੱਥੇ ਅੰਬਾਲੇ ਦਾ ਪੁੱਜਦਾ, ਲਓ ਜੀ ਚੰਡੀਗੜ੍ਹ ਆਉਣ ਵਾਲਾ, ਚੰਡੀਗੜ੍ਹ ਆ ਗਿਆ, ਚੰਡੀਗੜ੍ਹ ਆ ਗਿਆ। ਉਹਨੇ ਇੱਕ ਵਾਰੀ ਪੁੱਛਿਆ ਕਿ ਚੰਡੀਗੜ੍ਹ ਆ ਕਿੱਥੋਂ ਗਿਆ? ਚੰਡੀਗੜ੍ਹ ਤੇ ਉੱਥੇ ਹੀ ਹੋਣਾ ਜਿੱਥੇ ਹੈਗਾ, ਇਹ ਤੇ ਅਸੀਂ ਚੰਡੀਗੜ੍ਹ ਵੱਲ ਜਾ ਰਹੇ ਹਾਂ ਨਾ। ਹਾਂ, ਇਹ ਉਹੀ ਤਰੀਕਾ ਜਿਵੇਂ ਪਹਿਲੋਂ ਕਹਿੰਦੇ ਹਾਂ ਸੂਰਜ ਚੜ੍ਹ ਗਿਆ, ਸੂਰਜ ਚੜ੍ਹ ਗਿਆ। ਬਾਅਦ 'ਚ ਸਮਝ ਲੱਗੀ ਕਿ ਸੂਰਜ ਨਹੀਂ ਚੜ੍ਹਦਾ, ਅਸੀਂ ਘੁੰਮਦੇ ਹਾਂ ਤੇ ਸਾਨੂੰ ਲੱਗਦਾ। ਇਹ ਸਾਡੇ ਪਰਸਪੈਕਟਿਵ ਦੀ ਗੱਲ ਹੈ ਕਿ ਉਹ ਇਸੇ ਪਰਸਪੈਕਟਿਵ ਦੇ ਵਿੱਚ ਇਹੀ ਆਉਂਦਾ ਕਿ ਮੌਤ ਆ ਗਈ। ਮੌਤ ਨਹੀਂ ਜੇ ਕਦੇ ਆਂਦੀ, ਮੌਤ ਕੋਈ ਯਮ ਦਾ ਦੇਵਤਾ ਨਹੀਂ ਵਿਗਿਆਨ ਦੇ ਵੱਲੋਂ। ਉਹਦੀ ਵੀ ਮੈਂ ਕਿੰਨੀ ਵਾਰੀ ਲੈਕਚਰ 'ਚ ਗੱਲ ਕਰ ਚੁੱਕਾ ਕਿ ਸਾਨੂੰ ਕੋਈ ਮਾਰਨ ਵਾਲੀ ਸ਼ਕਤੀ ਨਹੀਂ। ਸ਼ਕਤੀ ਸਾਡੀ ਇਹੀ ਹੈ ਕਿ ਸਾਡੀ ਜਿਉਣ ਦੀ ਸ਼ਕਤੀ ਇੰਨੀ ਜ਼ਿਆਦਾ ਨਹੀਂ ਕਿ ਅਸੀਂ ਜਿਉਂਦੇ ਰਹੀਏ। ਹਾਂਜੀ, ਉਹ ਜਿਵੇਂ ਉਹ ਹਨੇਰੇ ਤੇ ਲਾਈਟ ਦਾ ਵੀ ਹੁੰਦਾ ਨਾ, ਹਨੇਰਾ ਆਪਣੇ ਆਪ 'ਚ ਜਿਹੜਾ ਵੈ ਉਹ ਐਗਜ਼ਿਸਟ ਨਹੀਂ ਕਰਦਾ। ਤੁਸੀਂ ਹਨੇਰਾ ਫੈਲਾ ਨਹੀਂ ਸਕਦੇ, ਉਹ ਸਿਰਫ ਸਲਮਾਨ ਰੁਸ਼ਦੀ ਦੇ ਨਾਵਲ 'ਚ ਫੈਲਾ ਸਕਦੇ ਹੋ ਕਿ ਹਨੇਰੇ ਨੂੰ ਫੈਲਾਉਣ ਵਾਲੀ ਟਾਰਚ। ਹਨੇਰਾ ਜਿਹੜਾ ਵੈ ਲਾਈਟ ਦੀ ਐਬਸੈਂਸ ਹੈ। ਇਸੇ ਤਰ੍ਹਾਂ ਮੌਤ ਜਿਹੜੀ ਹੈ ਉਹ ਜ਼ਿੰਦਗੀ ਦੀ ਐਬਸੈਂਸ ਹੈ। ਮੌਤ ਜਦ ਤੱਕ ਮੇਰਾ ਦਿਲ ਇੱਕ ਵਾਰੀ ਹੋਰ ਪੰਪ ਕਰ ਸਕਦਾ ਨਾ, ਭਾਵੇਂ ਆਪਣੇ ਆਪ ਜਾਂ ਕਿਸੇ ਮਸ਼ੀਨਾਂ ਦੇ ਨਾਲ, ਮੈਂ ਮਰਿਆ ਨਹੀਂ। ਮੌਤ ਦਾ ਦੇਵਤਾ ਮੈਨੂੰ ਉਦੋਂ ਤੱਕ ਹੱਥ ਨਹੀਂ ਲਾ ਸਕਦਾ ਜਦ ਤੱਕ ਮੈਂ ਜਿਉਂਦਾ। ਇਹ ਗੱਲਾਂ ਹੁਣ ਸੁਣਨ ਨੂੰ ਐਵੇਂ ਲੈਂਗੁਏਜ ਰੈਟਰਿਕ ਦੀਆਂ ਕਰਦੇ, ਪਰ ਇਹ ਸਾਰੀ ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰਦੀਆਂ ਨੇ ਕਿ ਤੁਹਾਡਾ ਵਿਊ ਪੁਆਇੰਟ ਕੀ ਹੈ। ਸੋ ਮੌਤ ਹੋਣੀ ਹੈ ਤੇ ਉਸ ਤੋਂ ਬਾਅਦ ਕੀ ਵਾਪਰਨਾ ਹੈ, ਉਹਦੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਤਾਂ ਨਹੀਂ ਜੇ ਕੁਝ ਫਰਕ ਪੈਂਦਾ, ਕਿ ਜਦੋਂ ਮੈਂ ਮਰ ਗਿਆ ਤੇ ਮੈਨੂੰ ਨਹੀਂ ਜੇ ਫਰਕ ਪੈਂਦਾ, ਤੇ ਜੋ ਤੁਸੀਂ ਵੀ ਮਰ ਗਏ ਕਿਸੇ ਹੋਰ ਨੂੰ ਕੋਈ ਫਰਕ ਨਹੀਂ ਜੇ ਪੈਂਦਾ, ਤੁਹਾਨੂੰ ਨਹੀਂ ਜੇ ਪੈਂਦਾ ਜਿਹੜਾ ਮਰ ਗਿਆ। ਉਹ ਜਿਹੜਾ ਅਸੀਂ ਕਰਦੇ ਨਾ ਕਿ ਹੁਣ ਅਸੀਂ ਮਰੇ ਦੀ ਆਤਮਾ ਦੀ ਸ਼ਾਂਤੀ ਦੇ ਲਈ ਕੁਝ ਕਰਨਾ ਹੈ, ਅਸੀਂ ਮਰੇ ਦੇ ਲਈ, ਮੇਰੇ ਵੱਲੋਂ ਮੇਰੀ ਬੋਡੀ ਨੂੰ ਭਾਵੇਂ ਤੁਸੀਂ ਕੱਟ ਵੱਢ ਕੇ ਕਿਧਰੇ ਸੁੱਟ ਦਿਓ,
ਭਾਵੇਂ ਮੈਡੀਕਲ ਕਾਲਜ ਦੇ ਸਟੂਡੈਂਟਸ ਨੂੰ ਦੇ ਦਿਓ ਤਾਂ ਕਿ ਉਹ ਥੋੜ੍ਹੀ ਪੜ੍ਹਾਈ ਕਰ ਲੈਣ, ਭਾਵੇਂ ਉਹ ਕਿਸੇ ਦੇ ਭੋਜਨ ਦੇ ਕੰਮ 'ਚ ਆ ਜਾਣ, ਜਿਵੇਂ ਵੀ ਕਰ ਲਓ, ਉਹਦਾ ਮੇਰੀ ਸਿਹਤ 'ਤੇ ਕੋਈ ਨਹੀਂ ਜੇ ਅਸਰ ਹੋਣਾ, ਕਿਉਂਕਿ ਮੇਰੀ ਤਾਂ ਸਿਹਤ ਰਹੀ ਹੋਈ ਨਾ। ਅਤੇ ਮੈਨੂੰ ਕਦੇ ਇਹ ਵੀ ਨਾ ਕਹਿਣਾ ਕਿ ਵੀ ਤੁਹਾਡੇ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਹ ਮੈਨੂੰ ਮੇਰੀ ਆਤਮਾ ਨੂੰ ਕੋਈ ਸ਼ਾਂਤੀ ਨਹੀਂ ਚਾਹੀਦੀ। ਮੈਂ ਤਾਂ ਪਹਿਲਾਂ ਹੀ ਪਿਸਡ ਆਫ ਹੋਣਾ ਕਿ ਯਾਰ ਮੈਂ ਮਰ ਗਿਆ ਅਤੇ ਮੈਂ ਤਾਂ ਅੱਗੇ ਬੜਾ ਦੁਖੀ ਹਾਂ ਅਤੇ ਤੁਸੀਂ ਹੋਰ ਮੈਨੂੰ ਸ਼ਾਂਤੀ ਦੇ ਦਿਓ। ਉਹ ਸ਼ਾਇਦ ਤੁਸੀਂ ਡਰਦੇ ਹੋ ਕਿ ਮੈਂ ਦੁਬਾਰਾ ਭੂਤ ਬਣ ਕੇ ਤੁਹਾਨੂੰ ਤੰਗ ਨਾ ਕਰਾਂ। ਹਾਂਜੀ, ਇਹ ਜਿਹੜੀ ਅਸੀਂ ਆਮ ਕਹਿ ਦਿੰਦੇ ਨਾ ਰੈਸਟ ਇਨ ਪੀਸ, ਕਾਹਦੇ ਲਈ? ਵੀ ਉਹ ਬੰਦਾ ਬੇਚੈਨ ਕਿਉਂ ਸੀ? ਕਿਹਦੀ ਆਤਮਾ ਨੂੰ ਸ਼ਾਂਤੀ ਦੀ? ਆਤਮਾ ਨੂੰ ਸ਼ਾਂਤੀ ਹਾਂ ਪਿਛਲਿਆਂ ਨੂੰ ਆਪਣੇ ਲਈ ਚਾਹੀਦੀ ਹੁੰਦੀ ਹੈ। ਇਸੇ ਲਈ ਫਿਰ ਉਹਦੀਆਂ ਬੜੀਆਂ ਖੂਬਸੂਰਤ ਹਰ ਸਮਾਜ ਦੇ ਵਿੱਚ ਬੜੀਆਂ ਬੜੀਆਂ ਰਸਮਾਂ ਬਣੀਆਂ ਹੋਈਆਂ। ਉਹ ਮੇਰੀ ਜਿਹੜੀ ਕਿਤਾਬ ਹੈ ਬਾਬਾ ਕਿੱਥੇ ਗਏ, ਉਹਦੇ ਵਿੱਚ ਇਸ ਦੇ ਉੱਤੇ 2-3 ਚੈਪਟਰ 'ਚ ਗੱਲਾਂ ਹੋਈਆਂ। ਉਹਦੇ ਵਿੱਚ ਕੀ ਚੰਗਾ ਕੀ ਮਾੜਾ ਇਹਦੇ ਵਿੱਚ ਨਹੀਂ ਮੈਂ ਪੈ ਰਿਹਾ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਮੈਂ ਜਦੋਂ ਜੇ ਸੁਰੇਸ਼ ਰਤਨ ਚੱਲ ਵਸਿਆ ਅਤੇ ਤੁਸੀਂ ਉਹਦੇ ਲਈ ਕੁਝ ਕਰਨਾ ਚਾਹੁੰਦੇ ਹੋ, ਨਹੀਂ ਮੇਰੇ ਲਈ ਨਹੀਂ ਕੁਝ ਕਰਨਾ ਚਾਹੁੰਦੇ, ਉਹ ਤੁਸੀਂ ਆਪਣੇ ਲਈ ਕਰਨਾ ਚਾਹੁੰਦੇ ਹੋ, ਜੇ ਤੁਹਾਨੂੰ ਜ਼ਰੂਰੀ ਲੱਗਦਾ ਤਾਂ ਜ਼ਰੂਰ ਕਰੋ। ਹਾਂਜੀ, ਪਰ ਜੇ ਨਹੀਂ ਜ਼ਰੂਰੀ ਲੱਗਦਾ, ਤੁਹਾਨੂੰ ਉਸ ਤੋਂ ਬਗੈਰ ਵੀ ਗਿਆਨ ਮਾਰਗ ਨਾਲ ਇਹ ਜਿਹੜਾ ਵਿਛੋੜਾ ਵੈ ਇਹਦੀ ਸਮਝ ਆ ਜਾਏਗੀ ਅਤੇ ਉਹਨੂੰ ਤੁਸੀਂ ਕਿਸੇ ਹੋਰ ਤਰੀਕੇ ਨਾਲ ਹੈਂਡਲ ਕਰੋਗੇ। ਸੋ ਇਹਨਾਂ ਚੀਜ਼ਾਂ ਨੂੰ ਹੈ ਨਾ ਕਿ ਜੇ ਦੂਜੇ ਦੇ ਲਈ ਅਸੀਂ ਕਰਨਾ, ਹਾਂ ਉਹ ਇਮੋਸ਼ਨਲ ਸੱਭਿਅਕ ਸਮਾਜ ਦੇ ਉਹ ਬੜੇ ਰੂਪ ਬਣੇ ਨੇ ਜਿਹਦੇ 'ਚ ਸਾਨੂੰ ਇਹ ਬੜਾ ਜ਼ਰੂਰੀ ਲੱਗਦਾ। ਪਰ ਅਸਲ ਵਿੱਚ ਜੇ ਉਹਦੀ ਪਿੱਛੇ ਜਿਸਤ ਵਿੱਚ ਪੁੱਜ ਜਾਈਆਂ ਨਾ, ਅਤੇ ਜਿਹੜਾ ਤੇ ਮਰ ਗਿਆ ਨਾ, ਉਹਨੂੰ ਤਾਂ ਨਹੀਂ ਜੇ ਲੋੜ ਤੁਹਾਡੀ ਕਿਸੇ ਵੀ ਪੱਧਰ ਦੇ ਉੱਤੇ, ਮੈਨੂੰ ਤਾਂ ਨਹੀਂ ਜੇ ਲੋੜ ਮੇਰੇ ਵੱਲੋਂ। ਤੁਸੀਂ ਮੈਂ ਜੇ ਚਾਹਵਾਂਗਾ ਵਾਹੇ ਤਾਂ ਉਹਦੀ ਕੋਈ ਫੁੱਲਫਿਲ ਕਰਨ ਦਾ ਕੋਈ ਜ਼ਰੂਰੀ ਨਹੀਂ ਹੈ ਕਿ ਜੋ ਮੈਂ ਚਾਹੁੰਦਾ ਉਹ ਤੁਸੀਂ ਕਰੋ ਵੀ। ਉਸ ਮੈਂ ਕਹਾਂਗਾ ਵੀ ਹਾਂ ਮੈਂ ਸਾਰੀ ਉਮਰ ਸਟੂਡੈਂਟ ਰਿਹਾ, ਟੀਚਰ ਰਿਹਾ, ਅਤੇ ਮੇਰੀ ਜਿਹੜੀ ਡੈਡ ਬੋਡੀ ਵੀ ਆ ਉਹ ਮੈਡੀਕਲ ਕਾਲਜ ਦੇ ਸਟੂਡੈਂਟਸ ਨੂੰ ਦੇਤੀ ਜਾਵੇ, ਕਿਉਂਕਿ ਉਹਨਾਂ ਨੂੰ ਹਮੇਸ਼ਾ ਹੀ ਘਾਟਾ ਰਹਿੰਦਾ ਵਾ ਡਾਇਸੈਕਸ਼ਨ ਵਗੈਰਾ ਕਰਨ ਦੇ ਲਈ। ਹਾਂਜੀ, ਪਰ ਜੇ ਤੁਸੀਂ ਨਾ ਵੀ ਚਿੰਤਾ ਕਰੋਗੇ ਮੇਰੀ ਇੱਛਾ ਪੂਰੀ, ਸੋ ਵਾਟ। ਇੱਕ ਵਾਰ ਇਹਦੇ ਵਿੱਚ ਇਹੀ ਆਇਦਾ, ਸਾਡੇ ਪਿਤਾ ਜੀ ਇੱਕ ਵਾਰ ਕਹਿੰਦੇ ਪਏ ਸੀ, ਬਾਊ ਜੀ ਨੇ ਕਿਹਾ, ਮੈਂ ਚਾਹੁੰਦਾ ਨਾ ਕਿ ਜਦੋਂ ਮੈਂ ਮਰਾਂ ਅਤੇ ਮੇਰਾ ਜਦੋਂ ਤੁਸੀਂ ਜਨਾਜ਼ਾ ਕੱਢੋ ਅਤੇ ਇਹ ਪੂਰਾ ਮਹੱਲਾ ਬੰਦ ਹੋਣਾ ਚਾਹੀਦਾ, ਹਰ ਦੁਕਾਨ ਬੰਦ ਹੋ ਜਾਣੀ ਚਾਹੀਦੀ। ਮੈਂ ਉਹਨਾਂ ਨੂੰ ਕਿਹਾ, ਬਾਊ ਜੀ ਪਰ ਜੇ ਕਿਸੇ ਇੱਕ ਦੂਜੇ ਨੇ ਉਹਨੇ ਗਵਾਂਢੀ ਨੇ ਡੱਡੇ ਨੇ ਨਾ ਕੀਤੀ ਬੰਦ, ਅਤੇ ਫਿਰ ਤੁਸੀਂ ਕੀ ਉਹਨੂੰ ਕਹੋਗੇ, ਗੁੱਸਾ ਕਰੋਗੇ? ਉਹ ਮੈਂ ਇੱਥੇ ਮਰ ਗਿਆ, ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਦੁਕਾਨ ਖੋਲ੍ਹ ਕੇ ਬੈਠਾ। ਹੱਸ ਪਏ, ਸਮਝ ਤੇ ਗਏ। ਉਹ ਕਹਿੰਦੇ ਅਸਲ 'ਚ ਗੱਲ ਇਹ ਹੈ, ਉਹ ਮੈਂ ਕੋਈ ਆਪਣੇ ਲਈ ਥੋੜ੍ਹਾ ਕਹਿ ਰਿਹਾ, ਉਹ ਤਾਂ ਮੈਂ ਤੁਹਾਡੇ ਲਈ ਕਹਿ ਰਿਹਾ ਕਿ ਤੁਹਾਡਾ ਜਿਹੜਾ ਐਡਾ ਵੱਡਾ ਹੋਏਗਾ ਨਜ਼ਾਰਾ ਅਤੇ ਤੁਸੀਂ ਮਾਣ ਮਹਿਸੂਸ ਕਰਦੇ ਹੋ ਸਾਡਾ ਪਿਓ ਬੜਾ ਵੱਡਾ ਸੀ। ਇਹ ਬੜੀ ਇੰਪੋਰਟੈਂਟ ਗੱਲ ਹੈ। ਜੇ ਇੱਥੇ ਵੀ ਜਦੋਂ ਕਿਸੇ ਦਾ ਕੋਈ ਚੱਲ ਵਸਦਾ ਨਾ, ਬਾਅਦ ਵਿੱਚ ਆਮ ਤੌਰ 'ਤੇ ਗੱਲ ਇਹੀ ਹੁੰਦੀ, ਕਿੰਨੇ ਆਏ ਲੋਕੀ। ਉਹ ਆਉਣ ਦੇ ਲੋਕੀ ਕਿਸੇ ਦੇ ਜਾਣ ਤੋਂ ਬਾਅਦ ਨਾਲੋਂ ਨਾ, ਮੇਰਾ ਸੁਝਾਅ ਇਹ ਹੈ ਕਿ ਜੇ ਤੁਸੀਂ ਮੇਰੇ ਮਰਨ ਤੋਂ ਬਾਅਦ ਜਾਂ ਮੈਂ ਤੁਹਾਡੇ ਮਰਨ ਤੋਂ ਬਾਅਦ ਕੋਈ ਤੁਹਾਡੇ ਗੁਣ ਗਾਣੇ ਨੇ, ਤੁਹਾਡੇ ਸਿਹਰੇ ਪਾਣੇ ਨੇ, ਤੁਹਾਡੇ ਮੋਏ ਬਾਬੇ ਦੇ ਵੱਡੇ ਦੰਦ ਵਧਾਣੇ ਨੇ, ਉਹਦੇ ਨਾਲੋਂ ਜਿਉਂਦੇ ਜੀ ਕਰ ਲਓ। ਆਓ ਮੇਰੇ ਕੋਲ, ਜੇ ਮੇਰੀਆਂ ਕੋਈ ਚੰਗੀਆਂ ਗੱਲਾਂ ਲੱਗਦੀਆਂ ਮੈਨੂੰ ਜਿਉਂਦੇ ਜੀ ਦੱਸੋ। ਆਪਣੇ ਮਾਪਿਓ ਨੂੰ, ਆਪਣੇ ਦਾਦੇ ਦਾਦੀਆਂ ਨੂੰ, ਨਾਨਿਆਂ ਨੂੰ ਉਹਨਾਂ ਦੀਆਂ ਚੰਗੀਆਂ ਗੱਲਾਂ ਉਹਨਾਂ ਦੇ ਸਾਹਮਣੇ ਹੀ ਉਹਨਾਂ ਨੂੰ ਦੱਸੋ। ਹਾਂਜੀ, ਕਿ ਉਹਨਾਂ ਨੇ ਕਿੰਨੀ ਕੁ ਜ਼ਿੰਦਗੀ ਚੰਗੀ ਜਿਉਈ, ਉਹਨਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਕੀ ਯੋਗਦਾਨ ਹੈ। ਹਰ ਸਮੇਂ ਅਸੀਂ ਇਕੱਠੀ ਤੁਰੀ ਜਾਂਦੇ ਹਾਂ, ਬਾਅਦ 'ਚ ਉਡੀਕਦੇ ਕੀ ਪਏ ਹਾਂ ਕਿ ਜਦੋਂ ਮਰ ਜਾਣਗੇ ਅਤੇ ਉਦੋਂ ਫਿਰ ਐਵੇਂ ਜਾਂ ਤਾਂ ਅਸਲੀ ਅਤੇ ਜਾਂ ਨਕਲੀ। ਅਸਲੀ ਵੀ ਦੁੱਖ ਹੁੰਦਾ ਹੈ, ਜਾਣ ਵਾਲੇ ਦਾ ਕੋਈ ਕਿਹਨੂੰ ਚੰਗਾ ਲੱਗਦਾ। ਮੇਰੇ ਪਿਤਾ ਜੀ ਨੂੰ ਗਿਆ 26 ਸਾਲ ਹੋਣ ਲੱਗੇ ਨੇ, ਮੈਂ ਹਾਲੀ ਵੀ ਉਹਨਾਂ ਦੇ ਬਾਰੇ ਗੱਲ ਕਰਦੇ ਅੱਖਾਂ ਮੇਰੀਆਂ ਭਾਰ ਆਉਂਦੀਆਂ ਨੇ, ਰੋਂਗਟੇ ਮੇਰੇ ਖੜੇ ਹੋ ਜਾਂਦੇ ਨੇ। ਹਾਂਜੀ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਪਰ ਉਹ ਮੈਨੂੰ ਪਤਾ ਹੈ ਕਿ ਉਹ ਜਿਹੜੀ ਯਰਨਿੰਗ ਹੈ, ਉਹ ਜਿਹੜੀ ਤਾਂਘ ਹੈ, ਉਹ ਬੜੀ ਮਜ਼ੇਦਾਰ ਹੈ, ਉਹਦੀ ਵੀ ਆਪਣੀ ਖੂਬਸੂਰਤੀ ਹੈ। ਪਰ ਉਹਦੇ ਜਿਉਂਦੇ ਜੀ ਰਿਅਲਾਈਜ਼ ਕਰਵਾਓ ਬਜ਼ੁਰਗ ਨੂੰ, ਜਿਹੜਾ ਵੀ ਜਾਣ ਵਾਲਾ ਹੈ। ਪਰ ਕਿਉਂਕਿ ਬਜ਼ੁਰਗ ਦੇ ਜਾਣ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ, ਉਸ ਨੂੰ ਉਹਦੇ ਜਿਉਂਦੇ ਜੀ ਜਾ ਕੇ ਉਹਦੀ ਮਰਨ ਦੇ ਪ੍ਰੋਸੈਸ ਨੂੰ, ਜਿਹਨੂੰ ਕਹਿੰਦਾ ਸੁੰਦਰ ਬਣਾਓ। ਇਸ 10 ਕੁ ਸਾਲ ਪਹਿਲੇ ਇੱਕ ਕਿਤਾਬ ਛਪੀ ਸੀ ਅਮਰੀਕਾ 'ਚ, ਇੱਕ ਇੰਡੀਅਨ ਹੀ ਡਾਕਟਰ ਹੈ ਅਤੁਲ ਗਵਾਂਡੇ, ਬੀਇੰਗ ਮੋਰਟਲ। ਉਹਨੂੰ ਇਹੀ ਰਿਅਲਾਈਜ਼ ਹੋਇਆ ਕਿ ਸਾਨੂੰ ਸਾਰੀ ਮੈਡੀਕਲ ਸਟੱਡੀ ਦੇ ਵਿੱਚ ਜਿਉਣ ਦੇ ਇਤਬਾਰ 'ਤੇ ਕਹਿੰਦੇ ਨੇ ਜ਼ਬਰਦਸਤੀ ਮਸ਼ੀਨਾਂ ਨਾਲ ਵੀ ਜਿਉਣਾ, ਪਰ ਸਾਨੂੰ ਕਦੇ ਇਹ ਨਹੀਂ ਪ੍ਰਪੇਅਰ ਕੀਤਾ ਜਾਂਦਾ ਕਿ ਮਰਨਾ ਕਿਵੇਂ ਹੈ। ਹਾਂਜੀ, ਜਿਹੜਾ ਮਰ ਰਿਹਾ ਉਹਦੇ ਨਾਲ ਗੱਲ ਕਰਨ ਦੇ ਲਈ ਅਸੀਂ ਇਹੀ ਕਹਿੰਦੇ ਨੇ, ਉਹ ਕੋਈ ਨਹੀਂ ਹੋਣ ਲੱਗਾ, ਕੋਈ ਨਹੀਂ ਹੋਣ ਲੱਗਾ, ਉਹ ਤੁਸੀਂ ਹੁਣੇ ਠੀਕ ਹੋ ਜਾਓਗੇ। ਕਰੋਨੇ ਦੇ ਵਿੱਚ ਵੀ ਉਹੀ ਕੁਝ ਹੋ ਰਿਹਾ ਵੈ। ਨਹੀਂ, ਜਦੋਂ ਸਾਹਮਣੇ ਆਣੀ ਸ਼ੁਰੂ ਹੋ ਜਾਏ, ਹਾਂਜੀ, ਉਹ ਭਾਵੇਂ ਚੁਟਕਲੇ 'ਚ ਕਰ ਲਓ, ਜਿਵੇਂ ਬਾਊ ਜੀ ਦਾ ਮੈਂ ਚੁਟਕਲਾ ਸੁਣਾਇਆ ਸੀ ਕਿ ਲੰਬੇ ਸਫ਼ਰ ਦੀ ਤਿਆਰੀ ਕਰ ਲਓ, ਪਰ ਉਹੀ ਹੈ ਮਰਨ ਨੂੰ ਅਸੀਂ ਕਿਵੇਂ ਤਿਆਰ ਕਰਨਾ, ਆਪਣੇ ਆਪ ਨੂੰ ਅਤੇ ਆਪਣੇ ਮਿੱਤਰ ਪਿਆਰਿਆਂ ਨੂੰ। ਉਹ ਮੇਰੇ ਵੱਡੇ ਭਾਈ ਸਾਹਿਬ ਨੇ ਕੱਲ੍ਹ ਇੱਕ ਟਰਮ ਲਿਖ ਕੇ ਭੇਜੀ ਸੀ, ਏਜਫੁਲਨੈਸ ਦੀ ਜ਼ਿੰਦਗੀ। ਉਹ ਹੁਣ ਅੱਜ ਫਿਰ ਉਹੀ ਗੱਲ ਹੋਈ, ਮੈਨੂੰ ਲੱਗਦਾ ਸੀ ਅਸੀਂ ਅੱਜ ਉੱਥੇ ਪੁੱਜ ਜਾਵਾਂਗੇ। ਪਰ ਮਰਨ ਦੇ ਲਈ ਫਿਰ ਕੀ ਸਾਡੀਆਂ ਲੋੜਾਂ ਅਤੇ ਸਾਨੂੰ ਕਦੋਂ ਮਰਨਾ ਚਾਹੀਦਾ? ਮਰਨ ਦਾ ਕੋਈ ਟਾਈਮ ਹੈਗਾ?
ਉਹ ਮੈਂ ਇੱਕ ਲੈਕਚਰ 'ਚ ਗੱਲ ਕਰ ਚੁੱਕੇ ਹਾਂ ਕਿ ਮਰਨ ਦੇ ਕੋਈ ਠੀਕ ਟਾਈਮ ਹੈ ਕਿ ਨਹੀਂ। ਇਹ ਇੱਕ ਕਿਤਾਬ ਹੈ ਬੜੀ ਇੰਟਰਸਟਿੰਗ, ਜਿਹੜੀ ਪਿਛਲੇ ਸਾਲ ਡੈਨਮਾਰਕ 'ਚ ਡੈਨਿਸ਼ 'ਚ ਛਪੀ ਹੈ, ਜਿਹਦੇ ਵਿੱਚ ਉਹਨਾਂ ਨੇ ਡੈਨਮਾਰਕ ਦੇ ਪਬਲਿਸ਼ਰ ਨੇ ਜਾਂ ਉਹਦੇ ਕੁਝ ਜਿਹੜੇ ਥਿੰਕਰਸ ਨੇ 20-21 ਬੰਦਿਆਂ ਨੂੰ ਇਨਵਾਈਟ ਕੀਤਾ ਕਿ ਤੁਸੀਂ ਮੌਤ ਤੋਂ ਜ਼ਿੰਦਗੀ ਬਾਰੇ ਕੀ ਸਿੱਖਿਆ। ਉਹਦੇ 'ਚ ਫਿਲੋਸਫਰਸ ਨੇ, ਪੋਇਟਸ ਨੇ, ਸਿੰਗਰਸ ਨੇ, ਫਿਲਮ ਐਕਟਰ ਨੇ, ਇੱਕ ਮੈਂ ਸਾਇੰਸਦਾਨ ਵੀ ਹਾਂ ਉਹਦੇ ਵਿੱਚ, ਅਤੇ ਉਹ ਸਾਰਿਆਂ ਦਾ ਇਹਦੇ ਉੱਤੇ ਚੈਪਟਰ ਚੱਲਦਾ ਪਿਆ। ਤੁਸੀਂ ਮੌਤ ਦੇ ਐਕਸਪੀਰੀਅੰਸ ਤੋਂ, ਕਿਸੇ ਆਪਣੇ ਪਿਆਰੇ ਦੀ ਮੌਤ ਤੋਂ ਜਾਂ ਆਪਣੇ ਫੇਸ ਟੂ ਫੇਸ ਆਫ ਡੈਥ ਨਾਲ, ਜਾਂ ਕੀ ਤੁਹਾਨੂੰ ਜ਼ਿੰਦਗੀ ਬਾਰੇ ਕੀ ਸਮਝ ਆਈ ਹੈ। ਉਹ ਗੱਲਾਂ ਫਿਰ ਸਾਨੂੰ ਕੱਲ੍ਹ ਤੇ ਹੀ ਪਾਉਣੀਆਂ ਪੈਣੀਆਂ, ਕਿਉਂਕਿ ਗੱਲਾਂ ਇੰਨੀਆਂ ਲੰਬੀਆਂ ਅਤੇ ਇੰਟਰਸਟਿੰਗ ਨੇ। ਮੇਰਾ ਵੀ ਜੀਅ ਕਰਦਾ ਇਹਨਾਂ ਨੂੰ ਮੈਂ ਥੋੜ੍ਹਾ ਹੋਰ ਵਧਾਵਾਂ, ਪਰ ਰੋਜ਼ ਮੈਂ ਤੁਹਾਨੂੰ ਥੋੜ੍ਹਾ ਬਹੁਤਾ ਜਿਹੜਾ ਵੈ ਹੋਮਵਰਕ ਦੇ ਦਿੰਦਾ। ਕੱਲ੍ਹ ਕੀਤਾ ਸੀ ਕਿ ਚਾਂਸ ਤੁਹਾਡੀ ਜ਼ਿੰਦਗੀ 'ਚ ਕੀ ਰੋਲ ਹੈ। ਅੱਜ ਦਾ ਹੋਮਵਰਕ ਇਹੀ ਹੈ ਕਿ ਮਰਨ ਦੇ ਲਈ ਤੁਸੀਂ ਕਦੋਂ ਕੁ ਮਰਨਾ ਚਾਹੋਗੇ, ਜੇ ਤੁਹਾਡੇ ਕੋਲ ਚੋਇਸ ਹੋਵੇ। ਫਾਰਮੂਲਾ ਤਾਂ ਮੈਂ ਦੇਣਾ ਤੁਹਾਨੂੰ, ਕੱਲ੍ਹ ਵੀ ਦੱਸਾਂਗਾ ਕਿ ਜੇ ਅਸੀਂ ਮਰਨ ਦਾ ਡਰ ਖਤਮ ਹੀ ਕਰ ਦਈਏ ਜਾਂ ਮੌਤ ਹੀ ਖਤਮ ਕਰ ਦਈਏ ਤਾਂ ਫਿਰ ਕੀ ਹੋਏਗਾ। ਪਰ ਜੇ ਮਰਨ ਦੀ ਚੋਇਸ ਹੋਵੇ ਤਾਂ ਕਿਹੜੀਆਂ ਹਾਲਾਤਾਂ ਦੇ ਵਿੱਚ ਤੁਸੀਂ ਫਿਰ ਮਰਨਾ ਚਾਹੋਗੇ। ਪਰ ਜੇ ਤੁਸੀਂ ਮੈਨੂੰ ਸੈਲੀਬ੍ਰੇਟ ਕਰਨਾ, ਮੇਰੇ ਗੁਣ ਗਾਣੇ ਨੇ, ਮੇਰੇ ਵੱਡੇ ਦੰਦ ਵਧਾਣੇ ਨੇ, ਅਤੇ ਜਿਉਂਦੇ ਜੀ ਵਧਾਓ। ਮੋਏ ਬਾਬੇ ਦੇ ਵੱਡੇ ਦੰਦਾਂ ਦਾ ਮੋਏ ਨੂੰ ਕੋਈ ਫਾਇਦਾ ਨਹੀਂ ਜੇ ਹੈਗਾ। ਠੀਕ ਹੈ ਜੀ, ਅੱਜ ਕੀ ਮੁਲਾਕਾਤ ਬਸ ਇਤਨੀ, ਕੱਲ ਫੇਰ ਮਿਲਾਂਗੇ। ਇਹ ਮੇਰੇ ਕੁੱਤੇ ਬਾਬਾ ਦੀ ਕਹਾਣੀ ਕਿਸੇ ਦਿਨ ਫੇਰ ਸੁਣਾਵਾਂਗਾ। ਓਕੇ ਜੀ, ਜੈ ਹੋ।